ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਠੀਕ ਰਿਹਾ। ਮੀਂਹ ਕਣੀ ਦੀ ਕਿਤੋਂ ਖਬਰ ਪ੍ਰਾਪਤ ਨਹੀਂ ਹੋਈ, ਪਰ ਕਿਉਂਕਿ ਪਰਸੋਂ ਪਟਿਆਲਾ ਖੇਤਰ ਦੇ ਵੱਲ ਗੜੇ ਵੀ ਪਏ ਆ ਤੇ ਲਗਾਤਾਰ 2 ਦਿਨ ਰੁਕ ਕੇ ਮੀਂਹ ਪੈਂਦਾ ਰਿਹਾ, ਜਿਹਦੇ ਕਰਕੇ ਸਲਾਬਾ ਜਿਹਾ ਚਾਰੇ ਪਾਸੇ ਹੋਇਆ ਪਿਆ। ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਇਹ ਹੈ ਕਿ 10 ਜਨਵਰੀ ਤੱਕ ਕੋਰਾ ਸਿਖਰ ਦੇ ਉੱਤੇ ਰਹਿਣਾ, ਧੁੰਦ ਬੇਹੱਦ ਪੈਣੀ ਹੈ ਤੇ ਪੰਜਾਬ, ਦਿੱਲੀ, ਹਰਿਆਣਾ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਸੀਤ ਲਹਿਰ ਬੜੀ ਚੱਲਣੀ ਹੈ। ਇਸ ਤੋਂ ਇਲਾਵਾ ਗੱਲ ਇਹ ਵੀ ਹੈ ਕਿ ਪਹਾੜੀ ਖੇਤਰਾਂ ਦੇ ਵੱਲ ਬਰਫ਼ਬਾਰੀ ਹੋਈ ਹੈ, ਜਿਹਦੇ ਕਰਕੇ ਬਰਫੀਲੀ ਹਵਾ ਚੱਲਣੀ ਹੈ। ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ, ਉਸ ਤੋਂ ਬਾਅਦ ਇਹ ਗੱਲ ਜ਼ਰੂਰ ਹੈ ਕਿ ਜੇਕਰ ਦਿਨ ਦੇ ਵੇਲੇ ਵੀ ਧੁੰਦ ਨਿਕਲਦੀ ਹੈ ਤਾਂ ਜਦੋਂ ਅਸੀਂ ਸਫ਼ਰ ਕਰਦੇ ਹਾਂ ਤਾਂ ਬਚਾਅ ਦੇ ਵਿੱਚ ਬਚਾਅ, ਸੰਭਲ ਕੇ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੀ ਕੀਮਤ ਵੀ ਸਮਝਣੀ ਚਾਹੀਦੀ ਹੈ। ਗੱਡੀ ਨੂੰ ਸੰਭਾਲ ਕੇ ਚਲਾਉਣਾ ਚਾਹੀਦਾ, ਸੰਭਲ ਕੇ ਚੱਲੋ। ਉਸ ਤੋਂ ਅਗਲੀ ਗੱਲ ਇਹ ਹੈ ਕਿ ਦਿੱਲੀ ਦੇ ਵੱਲ ਵੀ ਮੌਸਮ ਲੰਘੇ ਕੱਲ੍ਹ ਸਾਫ਼ ਰਿਹਾ। 6 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਨਿਕਲਣਾ ਸੀ ਉਹ ਰੱਦ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਮੌਸਮ ਵਿਭਾਗ ਨੇ ਕਿਹਾ ਸੀ ਮੌਸਮ ਖਰਾਬ ਰਹਿਣਾ, ਤੇ 7 ਤਰੀਕ ਨੂੰ ਯਾਨੀ ਕਿ ਲੰਘੇ ਕੱਲ੍ਹ ਇਹ ਕੱਢਿਆ ਗਿਆ। ਤੇ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ ਮੌਸਮ ਕਿਉਂਕਿ ਸਾਫ਼ ਸੀਗਾ, ਇਸ ਕਰਕੇ ਕਿਸਾਨਾਂ ਦੀਆਂ ਗਤੀਵਿਧੀਆਂ ਅੱਗੇ ਤੋਂ ਅੱਗੇ ਵਧੀਆਂ। ਪਰ ਅਸੀਂ ਕੁਦਰਤ ਦੇ ਉੱਤੇ ਜ਼ੋਰ ਤਾਂ ਸਾਡਾ ਕੋਈ ਨਹੀਂ, ਪਰ ਅਰਜ਼ ਕਰ ਸਕਦੇ ਹਾਂ, ਅਰਜ਼ੋਈ ਕਰ ਸਕਦੇ ਹਾਂ ਕਿ ਮੌਸਮ ਸਾਫ਼ ਰਹੇ, ਮੀਂਹ ਕਣੀ ਤੋਂ ਹੁਣ ਬਚਾ ਰਹੇ, ਕਿਉਂਕਿ ਸਾਡੇ ਭੈਣਾਂ ਵੀਰ ਬਹੁਤ ਵੱਡੇ ਜੇਰੇ ਦੇ ਨਾਲ, ਬੜੇ ਦ੍ਰਿੜ ਇਰਾਦੇ ਦੇ ਨਾਲ ਉੱਥੇ ਸੰਘਰਸ਼ ਕਰ ਰਹੇ ਆ ਤੇ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਜਿੱਤ ਹੋਵੇ ਤੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਆ ਤਾਂ ਉਹ ਟਰੈਕਟਰ ਮਾਰਚ ਦੇ ਨਾਲ ਜੁੜੀ ਹੋਈ ਹੈ। ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਟਰੈਕਟਰ ਮਾਰਚ ਕੱਢਿਆ ਗਿਆ, ਉਹਦੇ ਮੁਤਲਕ ਕੋਈ ਮੀਡੀਆ ਦਾ ਅੰਗ ਕਹਿੰਦਾ ਜੀ ਕਿ ਤਕਰੀਬਨ 10,000 ਟਰੈਕਟਰ ਥੇ, ਕੋਈ ਇਹ ਗੱਲ ਕਹਿੰਦਾ ਤਕਰੀਬਨ 18,000 ਥੇ। ਪਰ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਵੀ ਨੈਸ਼ਨਲ ਮੀਡੀਆ ਦੇ ਕੁਝ ਕੁ ਅੰਗ ਜਿਵੇਂ ਮਰਜ਼ੀ ਗਿਣਤੀ ਪੇਸ਼ ਕਰਨ, ਪਰ 50,000 ਤੋਂ ਵੱਧ ਟਰੈਕਟਰਾਂ ਦਾ ਅੰਦਾਜ਼ਾ ਇੱਥੇ ਪੇਸ਼ ਕੀਤਾ ਗਿਆ। 50,000 ਦੇ ਕਰੀਬ ਟਰੈਕਟਰ ਸੀ, ਉਹਦੇ ਵਿੱਚੋਂ ਸਭ ਤੋਂ ਵੱਧ ਟਰੈਕਟਰ ਪੰਜਾਬ ਦੇ ਸੀ, ਉਸ ਤੋਂ ਬਾਅਦ ਬਾਕੀ ਵੱਖ-ਵੱਖ ਸੂਬਿਆਂ ਦੇ ਸੀ। ਪਰ ਸੋਹਣੀ ਤਸੱਲੀ ਦੀ ਗੱਲ ਇਹ ਹੈ, ਚੰਗੀ ਲੱਗਣ ਵਾਲੀ, ਕਿ ਔਰਤਾਂ ਦੇ ਵੱਲੋਂ ਵੀ ਟਰੈਕਟਰ ਚਲਾ ਕੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਇਸ ਵੱਡੇ ਪ੍ਰਦਰਸ਼ਨ ਦੇ ਵਿੱਚ, ਇਸ ਮਾਰਚ ਦੇ ਵਿੱਚ। ਤੇ ਦਿੱਲੀ ਦੀ ਹਕੂਮਤ ਨੂੰ ਯਾਨੀ ਕਿ ਕੇਂਦਰੀ ਹਕੂਮਤ ਨੂੰ ਇੱਕ ਵਾਰ ਕਾਂਬਾ ਜ਼ਰੂਰ ਛਿੜ ਗਿਆ, ਇੱਕ ਵਾਰ ਉਹਨਾਂ ਨੇ ਅੰਦਰ ਧੁਰਤੜੀ ਜੀ ਜ਼ਰੂਰ ਛਿੜੀ ਹੈ ਬਈ ਕਿਤੇ ਇਹ ਨਾ ਹੋਵੇ ਕਿ 26 ਜਨਵਰੀ ਨੂੰ ਸੱਚੀ ਮੁੱਚੀ 2.5 ਲੱਖ ਟਰੈਕਟਰ ਦਿੱਲੀ ਦੇ ਵਿੱਚ ਵੜ ਜੇ ਤੇ ਫਿਰ ਉਸ ਤੋਂ ਬਾਅਦ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ। ਸੋ ਇਸ ਵਕਤ ਕੇਂਦਰ ਦੀ ਸਰਕਾਰ ਨੂੰ ਸੋਚਣ ਵਾਸਤੇ ਤਾਂ ਮਜਬੂਰ ਹੋਣਾ ਪੈ ਰਿਹਾ। ਭਰੋਸੇਯੋਗ ਸੂਤਰ ਇਹ ਵੀ ਦੱਸਦੇ ਆ ਵੀ ਭਾਵੇਂ ਕੇਂਦਰ ਦੀ ਸਰਕਾਰ ਮੰਨਦੀ ਨਹੀਂ, ਉਹਨਾਂ ਦੇ ਕਈ ਮਸਲੇ ਹੈਗੇ ਆ, ਪਰ ਅੰਦਰੋਂ ਉਹ ਜ਼ਰੂਰ ਸੋਚਦੇ ਆ ਕਿ ਐਤਕੀ ਕਿਸਾਨ ਭਾਈਚਾਰੇ ਦੇ ਉੱਤੇ ਨਾ ਤਾਂ ਚੱਲਿਆ ਕੋਈ ਵੀ ਹੁਣ ਤੱਕ ਟੋਟਕਾ, ਨਾ ਤਾਂ ਚੱਲਿਆ ਜੀ ਕਿ ਇਹ ਵਿਹਲੇ ਆ, ਨਾ ਚੱਲਿਆ ਇਹ ਅਨਪੜ੍ਹ ਆ, ਨਾ ਚੱਲਿਆ ਜੀ ਇਹ ਤਾਂ ਪਾਕਿਸਤਾਨ ਦੇ ਬੰਦੇ ਆ, ਨਾ ਚੱਲਿਆ ਜੀ ਫੰਡਿੰਗ ਕਿੱਥੋਂ ਹੁੰਦੀ ਹੈ, ਨਾ ਚੱਲਿਆ ਖਾਲਿਸਤਾਨ ਵਾਲਾ, ਨਾ ਚੱਲਿਆ ਅੱਤਵਾਦ ਵਾਲਾ। ਇਸ ਕਰਕੇ ਇਕਜੁੱਟਤਾ ਦੇ ਅੱਗੇ ਖੜਾ ਕੋਈ ਨਹੀਂ। ਹਿੰਦੂ, ਸਿੱਖ, ਮੁਸਲਮਾਨ ਸਾਰੇ ਭੈਣਾਂ ਵੀਰ ਇਕੱਠੇ ਹੋ ਕੇ ਜਿਵੇਂ ਬਤੌਰ ਕਿਸਾਨ ਅੱਗੇ ਤੋਂ ਅੱਗੇ ਵਧ ਰਹੇ ਆ। ਤੇ ਜਿਸ ਤਰੀਕੇ ਦੇ ਨਾਲ ਰਾਕੇਸ਼ ਟਕੈਤ ਹੋਰਾਂ ਨੇ ਲੰਘੇ ਕੱਲ੍ਹ ਇੱਕ ਗੱਲ ਕਹੀ ਆ, ਉਹ ਗੱਲ ਤਾਂ ਕਮਾਲ ਹੀ ਕਰ ਗਈ। ਉਹ ਕਹਿੰਦੇ ਜੀ ਕਿ 26 ਜਨਵਰੀ ਨੂੰ ਭਾਵੇਂ ਅਸੀਂ ਟਰੈਕਟਰ ਮਾਰਚ ਕਰਕੇ ਪਰੇਡ ਦੇ ਵਿੱਚ ਹਿੱਸਾ ਲੈ ਕੇ ਇੱਕ ਫਿਲਮ ਪੇਸ਼ ਕਰਨੀ ਹੈ, ਜਿਹਦਾ ਟ੍ਰੇਲਰ 7 ਤਰੀਕ ਨੂੰ ਅਸੀਂ ਦਿਖਾਇਆ ਹੈਗਾ, ਪਰ ਅਸੀਂ ਤਾਂ ਆਪਣਾ ਅੰਦੋਲਨ 2024 ਤੱਕ ਦੇ ਲਈ ਪਹਿਲਾਂ ਹੀ ਤੈਅ ਕੀਤਾ ਹੋਇਆ। ਉਹ ਕਹਿੰਦੇ ਵੀ ਮਈ 2024 ਤੱਕ ਕੇਂਦਰ ਦੀ ਸਰਕਾਰ ਦੀ, ਮੋਦੀ ਸਰਕਾਰ ਦੀ ਮਿਆਦ ਹੈ ਤੇ ਉਦੋਂ ਤੱਕ ਅਸੀਂ ਅੰਦੋਲਨ ਦਾ ਖਾਕਾ ਇੱਥੇ ਤਿਆਰ ਕੀਤਾ ਹੋਇਆ। ਜੇਕਰ ਇਹ ਨਹੀਂ ਮੰਨਦੇ ਤਾਂ ਫਿਰ ਤੁਸੀਂ ਦੇਖੋ ਵੀ ਅਸੀਂ ਤਾਰੇ ਕਿਵੇਂ ਦਿਖਾਉਣੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੋਦੀ ਸਰਕਾਰ ਜੇਕਰ ਅੜੀਅਲ ਹੈ, ਜੇਕਰ ਉਹ ਹੱਠੀ ਹੈ, ਤਾਂ ਅਸੀਂ ਵੀ ਆਪਣੀ ਹੱਕੀ ਮੰਗ ਦੇ ਉੱਤੇ ਅੜੇ ਹੋਏ ਹਾਂ, ਪਿੱਛੇ ਹਟਣ ਵਾਲੇ ਅਸੀਂ ਵੀ ਨਹੀਂ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਤੇ ਵੈਸੇ ਇਹ ਵੀ ਦੱਸਣਾ ਬਣਦਾ ਕਿ ਚੀਫ ਜਸਟਿਸ ਬੋਬੜੇ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤਬਲੀਗੀ ਮਰਕਜ਼ ਵਾਲੀ ਗੱਲ ਨਾ ਹੋਵੇ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਲੰਘੇ ਵਰੇ ਕਰੋਨਾ ਦੇ ਮਾਮਲੇ ਇੱਕ ਮਸਜਿਦ ਦੇ ਵਿੱਚੋਂ ਸਾਹਮਣੇ ਆਏ, ਉਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦਾ ਵਿਵਾਦ ਵੀ ਉੱਠਿਆ ਸੀ। ਹੁਣ ਸੁਪਰੀਮ ਕੋਰਟ ਦੇ ਵੱਲੋਂ ਸਵਾਲ ਕੀਤੇ ਗਏ ਆ ਵੀ ਕਿਤੇ ਇਹ ਤਾਂ ਨਹੀਂ ਵੀ ਇੰਨੀ ਵੱਡੀ ਗਿਣਤੀ 'ਚ ਕਿਸਾਨ ਬੈਠੇ ਆ, ਉਪਾਅ ਇੱਥੇ ਕੋਈ ਕੀਤਾ ਨਹੀਂ ਜਾ ਰਿਹਾ, ਕਰੋਨਾ ਮਹਾਮਾਰੀ ਨਾ ਕਿਤੇ ਫੈਲ ਜਾਵੇ। ਇਹ ਖਦਸ਼ੇ ਪਹਿਲਾਂ ਵੀ ਪ੍ਰਗਟਾਏ ਗਏ ਸੀ, ਪਰ ਕਿਸਾਨ ਤੰਦਰੁਸਤ ਆ ਤੇ ਕਿਸਾਨਾਂ ਦੇ ਵੱਡੇ ਹਿੱਸੇ ਦਾ ਇਹ ਕਹਿਣਾ ਵੀ ਸਰਕਾਰਾਂ ਨੇ ਜਿਹੜੀਆਂ ਉਹ ਕਰੋਨਾ ਨੂੰ ਵੀ ਆਪਣੀ ਮਰਜ਼ੀ ਮੁਤਾਬਕ ਵਰਤਦੀਆਂ। ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਹੁੰਦੀਆਂ, ਕਰੋਨਾ ਨਹੀਂ ਹੁੰਦਾ। ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਮੋਦੀ ਸਾਹਿਬ ਰੈਲੀਆਂ ਕਰਦੇ, ਲੱਖਾਂ ਦੀ ਗਿਣਤੀ 'ਚ ਲੋਕ ਹੁੰਦੇ ਆ, ਕਰੋਨਾ ਨਹੀਂ ਹੁੰਦਾ। ਪਰ ਜਦੋਂ ਕਿਤੇ ਅੰਦੋਲਨ ਛਿੜਦਾ ਉਦੋਂ ਕਰੋਨਾ ਆ ਜਾਂਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੇਂਦਰ ਦੇ 3 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ 1 ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਸੁਪਰੀਮ ਕੋਰਟ ਨੇ ਕਰੋਨਾ ਮਹਾਮਾਰੀ
ਤੇ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ 2020 ਦੇ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਦੇ ਵਿੱਚ ਪੈਦਾ ਹੋਈ ਤਬਲੀਗੀ ਜਮਾਤ ਵਰਗੀ ਸਥਿਤੀ ਪੈਦਾ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਕੀ ਕਿਸਾਨ ਅੰਦੋਲਨ ਦੇ ਵਿੱਚ ਕਰੋਨਾ ਦੇ ਫੈਲਣ ਵਿਰੁੱਧ ਸਾਵਧਾਨੀ ਵਾਲੇ ਉਪਾਅ ਕੀਤੇ ਜਾ ਰਹੇ ਨੇ। ਵੀਰਵਾਰ ਨੂੰ ਸੁਣਵਾਈ ਕਰਦਿਆਂ ਚੀਫ ਜਸਟਿਸ ਆਫ ਇੰਡੀਆ SA ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ਦੇ ਉੱਤੇ ਅੰਦੋਲਨਕਾਰੀਆਂ ਤੇ ਕਰੋਨਾ ਵਿਸ਼ਾਣੂ ਦੇ ਮਾਮਲੇ ਵੱਧ ਸਕਦੇ ਨੇ। barandbench.com ਦੀ ਇੱਕ ਰਿਪੋਰਟ ਦੇ ਮੁਤਾਬਕ ਕੇਂਦਰ ਸਰਕਾਰ ਨੂੰ ਵੀ ਅੰਦੋਲਨ ਵਾਲੀਆਂ ਥਾਵਾਂ ਦੇ ਉੱਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਅਦਾਲਤ ਨੂੰ ਸੂਚਿਤ ਕਰਨ ਵਾਸਤੇ ਕਿਹਾ ਗਿਆ। CJI ਦੀ ਅਗਵਾਈ ਵਾਲੇ ਬੈਂਚ ਦੇ ਵਿੱਚ ਜਸਟਿਸ AS ਬੋਪੰਨਾ ਤੇ V ਰਾਮ ਸੁਬਰਾਮਨੀਅਮ ਵੀ ਸ਼ਾਮਲ ਨੇ। ਜੰਮੂ ਕਸ਼ਮੀਰ ਦੇ ਵਕੀਲ ਸੁਪ੍ਰਿਆ ਪੰਡਤ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਬੈਂਚ ਦੇ ਵੱਲੋਂ ਕੀਤੀ ਜਾ ਰਹੀ ਹੈ। ਪਟੀਸ਼ਨਕਰਤਾ ਨੇ ਕੇਂਦਰ ਸਰਕਾਰ, ਦਿੱਲੀ ਦੀ ਸਰਕਾਰ ਤੇ ਦਿੱਲੀ ਦੀ ਪੁਲਿਸ ਨੂੰ ਹਜ਼ਾਰਾਂ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਕਰਨ ਦੇ ਲਈ ਸਵਾਲ ਕੀਤਾ ਹੈ। ਪਟੀਸ਼ਨਕਰਤਾ ਵਕੀਲ ਨੇ ਦਿੱਲੀ ਪੁਲਿਸ ਦੇ ਉੱਤੇ ਦੋਸ਼ ਲਾਇਆ ਕਿ ਪਿਛਲੇ ਸਾਲ ਨਿਜ਼ਾਮੂਦੀਨ ਮਰਕਜ਼ ਦੇ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੇ ਵਿੱਚ ਵਧੇ ਕਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਦੇ ਵਿੱਚ ਮਰਕਜ਼ ਦੇ ਮੁਖੀ ਮੌਲਾਨਾ ਸਾਦ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਨਾਕਾਮ ਰਹੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਨੋਟਿਸ ਜਾਰੀ ਕੀਤਾ ਹੈ ਕਿ ਇਹ ਦੱਸੇ ਕਿ ਕਿਸਾਨੀ ਅੰਦੋਲਨ ਵਾਲੀਆਂ ਥਾਵਾਂ ਦੇ ਉੱਤੇ ਕਰੋਨਾ ਦੇ ਫੈਲਣ ਨੂੰ ਰੋਕਣ ਦੇ ਲਈ ਕੀ ਕਦਮ ਚੁੱਕੇ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਵਿੱਚ ਵਿਚਾਲੇ ਕਈ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ, ਹਾਲਾਂਕਿ ਉਹ ਖਬਰਾਂ ਅਪੁਸ਼ਟ ਹੈ, ਉਹਨਾਂ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋਈ। ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਆ, ਜੋ ਰਾਜਨੀਤਿਕ ਗਲਿਆਰਿਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ, ਉਹ ਇਹ ਵੀ ਹੈ ਕਿ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਇਹ ਗੱਲ ਕਹਿ ਦੇਵੇ ਕਿ ਜਿਹੜੇ ਖੇਤੀ ਕਾਨੂੰਨ ਦੇ ਮਾਮਲੇ ਆ ਇਹ ਸੂਬਿਆਂ ਦੇ ਉੱਤੇ ਛੱਡੇ। ਖੇਤੀ ਕਾਨੂੰਨ ਕਿਹੜੀ ਥਾਂ ਦੇ ਉੱਤੇ ਲਾਗੂ ਕਰਨਾ, ਕਿਹੜੇ ਸੂਬੇ ਦੇ ਵਿੱਚ ਲਾਗੂ ਨਹੀਂ ਕਰਨਾ, ਇਹ ਸੂਬਿਆਂ ਦੇ ਅਧਿਕਾਰ ਖੇਤਰ ਦੀ ਗੱਲ ਬਣਾ ਦਿੱਤੀ ਜਾਊਗੀ। ਜੇਕਰ ਇਦਾਂ ਹੋ ਜਾਂਦਾ ਤਾਂ ਵੀ ਮਸਲੇ ਦਾ ਹੱਲ ਹੋ ਜਾਣਾ, ਕਿਉਂਕਿ ਪੰਜਾਬ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਇਸ ਵਕਤ ਕੈਪਟਨ ਸਰਕਾਰ ਆ। ਕੈਪਟਨ ਸਰਕਾਰ ਨੇ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਖਿਲਾਫ ਇੱਥੇ ਬਿੱਲ ਜਿਹੜਾ ਉਹ ਪਾਸ ਕੀਤਾ ਹੋਇਆ। ਸੋ ਉਹ ਬਿੱਲ ਹੈ ਜਿਹੜਾ ਉਹ ਰਾਜਪਾਲ ਦੇ ਵੱਲੋਂ ਹਾਲੇ ਤੱਕ ਰਾਸ਼ਟਰਪਤੀ ਨੂੰ ਭੇਜਿਆ ਨਹੀਂ ਗਿਆ। ਇਹਦੇ ਉੱਤੇ ਕਈ ਵਾਰ ਕਿੰਤੂ ਉੱਠਿਆ, ਪਰ ਇਹ ਵੀ ਹੋ ਸਕਦਾ ਵੀ ਵਿਚਕਾਰਲਾ ਰਸਤਾ ਸ਼ਾਇਦ ਇਹ ਵੀ ਕੱਢਿਆ ਜਾਵੇ। ਹਾਲਾਂਕਿ ਇਹ ਇੱਕ ਅੰਦਾਜ਼ੇ ਵਾਲੀ ਗੱਲ ਹੈ। ਪੱਕੀ ਗੱਲ ਅੱਜ ਦੀ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਉਣੀ ਹੈ, ਯਾਨੀ ਕਿ 8 ਤਰੀਕ ਦੀ ਮੀਟਿੰਗ ਦੇ ਵਿੱਚੋਂ ਵੀ ਕਹਿੰਦੇ ਕੀ ਹੈ, ਕੇਂਦਰ ਦੇ ਮੰਤਰੀਆਂ ਦਾ ਕਹਿਣਾ ਕੀ ਹੈ। ਪਰ ਇਸੇ ਦਰਮਿਆਨ ਇੱਕ ਕੇਂਦਰੀ ਮੰਤਰੀ ਆ, ਜਿਹੜੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਨੇ, ਉਹ ਕੈਲਾਸ਼ ਚੌਧਰੀ, ਉਹਨਾਂ ਨੇ ਇੱਕ ਅਵੱਲਾ ਬਿਆਨ ਦਿੱਤਾ। ਉਹ ਕਹਿੰਦੇ ਜੀ ਕਿ ਕੇਂਦਰ ਦੀ ਸਰਕਾਰ ਦਬਾਅ ਦੇ ਵਿੱਚ ਬਿਲਕੁਲ ਨਹੀਂ, ਤੇ ਦਬਾਅ ਦੇ ਵਿੱਚ ਹੋਈਏ ਵੀ ਕਿਉਂ, ਕੋਈ ਤੁਕ ਹੀ ਨਹੀਂ ਬਣਦੀ। ਉਹ ਕਹਿੰਦੇ ਵੀ ਜੇ ਅੱਜ ਕੇਂਦਰ ਦੀ ਸਰਕਾਰ ਦਬਾਅ ਦੇ ਵਿੱਚ ਆ ਗਈ, ਕੱਲ੍ਹ ਨੂੰ ਧਾਰਾ 370 ਦੇ ਮਾਮਲੇ ਤੇ ਇਕੱਠ ਹੋ ਜਾਊਗਾ, ਸਰਕਾਰ ਫਿਰ ਦਬਾਅ 'ਚ ਆ ਜਾਊ। ਫਿਰ ਉਹ ਕਹਿੰਦੇ ਜੀ ਕਿ CAA ਦੇ ਮਾਮਲੇ ਦੇ ਉੱਤੇ ਇਕੱਠ ਹੋ ਜਾਊਗਾ, ਸਰਕਾਰ ਫਿਰ ਦਬਾਅ 'ਚ ਆ ਜਾਊ। ਇਸ ਕਰਕੇ ਦਬਾਅ ਦੇ ਵਿੱਚ ਆਉਣ ਦੀ ਕੋਈ ਤੁਕ ਨਹੀਂ ਬਣਦੀ। ਅਸੀਂ ਬਿਲਕੁਲ ਠੀਕ ਆ ਤੇ ਅਸੀਂ ਲੋਕ ਪੱਖੀ ਕੰਮ ਕਰ ਰਹੇ ਹਾਂ। ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਇਸ ਵਕਤ ਦੇ ਕੁੱਲ ਹਾਲਾਤ ਦੀ, ਤਾਂ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣ ਰਿਹਾ, ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਨੂੰ ਘੇਰਾ ਪੈ ਰਿਹਾ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਵਿਲੱਖਣ ਅਲੋਕਾਰੀ ਗੱਲ ਹੈਗੀ ਹੈ, ਕਿਉਂਕਿ ਇੱਦਾਂ ਦਾ ਕਦੇ ਅੰਦੋਲਨ ਹੋਇਆ ਨਹੀਂ। ਦੇਸ਼ ਭਰ ਦੇ ਵਿੱਚੋਂ ਨਹੀਂ, ਸਗੋਂ ਦੁਨੀਆ ਭਰ ਦੇ ਵਿੱਚੋਂ ਲੋਕਾਂ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਦਿੱਲੀ ਦੇ ਇਸ ਅੰਦੋਲਨ ਦੇ ਉੱਤੇ ਟਿਕੀਆਂ ਹੋਈਆਂ। ਸੋ ਕਿਸਾਨ ਜਥੇਬੰਦੀਆਂ ਦੇ ਬਾਬਤ ਵੀ ਬੇਸ਼ੱਕ ਕਈ ਲੋਕ ਸ਼ੁਰਲੀਆਂ ਛੱਡਦੇ ਆ, ਇਹ ਪਾਟੋ ਧਾੜ ਦੀਆਂ ਸ਼ਿਕਾਰ ਹੋ ਜਾਣੀਆਂ, ਇਹਨਾਂ ਦੇ ਰਾਹ ਵੱਖੋ ਵੱਖਰੇ ਆ। ਭਾਵੇਂ ਪੰਜਾਬ ਦੀਆਂ 31-32 ਕਿਸਾਨ ਜਥੇਬੰਦੀਆਂ, ਭਾਵੇਂ ਦੇਸ਼ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਇਸ ਵਕਤ ਅੰਦੋਲਨ ਦੇ ਵਿੱਚ ਹੈ, ਭਾਵੇਂ ਕੋਈ ਕਿਸੇ ਵੀ ਧਿਰ ਨਾਲ ਜੁੜੀ ਹੋਵੇ ਸਿੱਧੇ ਤੌਰ ਦੇ ਉੱਤੇ, ਪਰ ਇਸ ਵਕਤ ਸਭ ਦਾ ਏਜੰਡਾ ਇੱਕੋ ਹੀ ਹੈ ਵੀ ਖੇਤੀ ਕਾਨੂੰਨ ਵਾਪਸ ਕਰਵਾਏ ਜਾਣ। ਪਰ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਲੰਘੇ ਕੁਝ ਕੁ ਦਿਨਾਂ ਤੋਂ ਬਿਆਨ ਦਿੱਤੇ ਜਾ ਰਹੇ ਆ, ਉਹਦੇ ਵਿੱਚੋਂ ਇੱਕ ਤੋਮਰ ਹੋਰਾਂ ਦਾ ਬਿਆਨ ਸਭ ਤੋਂ ਵੱਧ ਧਿਆਨ ਖਿੱਚਦਾ। ਉਹ ਕਹਿੰਦੇ ਜੀ ਕਿ ਸਾਨੂੰ ਆਸ ਹੈ ਕਿ ਅੰਦੋਲਨਕਾਰੀ ਕਿਸਾਨ ਇਸ ਮਸਲੇ ਦਾ ਢੁਕਵਾਂ ਹੱਲ ਕੱਢਣਗੇ। ਉਹਨਾਂ ਦੇ ਵੱਲੋਂ ਇਹ ਨਹੀਂ ਗੱਲ ਕਹੀ ਜਾਂਦੀ ਕਿ ਢੁਕਵਾਂ ਹੱਲ ਤਾਂ ਅਸੀਂ ਕੱਢਣਾ, ਕਿਸਾਨਾਂ ਨੇ ਥੋੜ੍ਹੀ ਕੱਢਣਾ। ਕਿਸਾਨ ਤਾਂ ਇੱਥੇ ਹੱਕ ਲੈਣ ਦੇ ਲਈ ਆਏ ਆ, ਹੱਲ ਕਢਵਾਉਣ ਦੇ ਲਈ ਆਏ ਆ। ਤੁਸੀਂ ਜ਼ਬਰਦਸਤੀ ਖੇਤੀ ਕਾਨੂੰਨ ਥੋਪਤੇ ਆ। ਤੁਸੀਂ ਕਹਿੰਦੇ ਜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਕਾਨੂੰਨ ਦੇ ਹੱਕ ਦੇ ਵਿੱਚ ਹੈ। ਉਹ ਤਾਂ ਕਿਸਾਨ ਕਦੇ ਮੀਡੀਆ ਦੇ ਮੂਹਰੇ ਆਏ ਹੀ ਨਹੀਂ। ਨਾਲੇ ਕਿਸਾਨਾਂ ਦਾ ਇਹ ਕਹਿਣਾ, ਜਿਹੜੇ ਕਿ ਪੰਜਾਬ ਦੇ ਕਿਸਾਨ ਆ, ਉਹ ਕਹਿੰਦੇ ਵੀ ਜਿਹੜੇ ਕਦੇ ਉੱਤਰਾਖੰਡ ਦੇ, ਕਦੇ ਮੱਧ ਪ੍ਰਦੇਸ਼ ਦੇ, ਕਦੇ ਉੱਤਰ ਪ੍ਰਦੇਸ਼ ਦੇ, ਕਦੇ ਗੁਜਰਾਤ ਦੇ, ਕਦੇ ਕਿਤੇ ਜੇਕਰ ਤੁਹਾਨੂੰ ਕਿਸਾਨ ਆ ਕੇ ਮਿਲਦੇ ਆ, ਉਹਨਾਂ ਜਥੇਬੰਦੀਆਂ ਦਾ ਵੇਰਵਾ ਸਾਂਝਾ ਕੀਤਾ ਜਾਵੇ। ਉਹ ਕਦੋਂ ਬਣੀਆਂ, ਉਹਨਾਂ ਨੇ ਕਿਹੜੇ ਅੰਦੋਲਨਾਂ 'ਚ ਹਿੱਸਾ ਲਿਆ, ਉਹਨਾਂ ਦੇ ਪ੍ਰਧਾਨਾਂ ਦੀ ਕੀ ਸਥਿਤੀ ਹੈ, ਉਹਨਾਂ ਦਾ ਕੀ ਪਿਛੋਕੜ ਹੈ, ਕਦੇ ਇਹੋ ਜਿਹੀ ਜਾਣਕਾਰੀ ਵੀ ਸਾਂਝੀ ਕਰੋ। ਸੋ ਤੋਮਰ ਸਾਹਿਬ ਨੇ ਜਿਹੜੇ ਉਹ ਮੰਨਣ ਦੀ ਥਾਂ ਦੇ ਉੱਤੇ ਹਾਲੇ ਵੀ ਇਹ ਗੱਲ ਕਹਿ ਰਹੇ ਆ ਕਿ ਅੰਦੋਲਨਕਾਰੀ ਕਿਸਾਨ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਸਹੀ ਫੈਸਲਾ ਲੈਣਗੇ ਤੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਗੇ, ਖਾਸ ਕਰਕੇ ਜਿਹੜੇ ਹੱਕ ਦੇ ਵਿੱਚ ਨੇ ਕਾਨੂੰਨ ਦੇ, ਉਹਨਾਂ ਦੀ ਵੀ ਮਿੱਥਿਆ ਨੂੰ ਸਮਝਣਗੇ। ਆਪ ਨਹੀਂ ਸਮਝਣਾ, ਕਿਸਾਨ ਸਮਝਣ।
ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ। ਸੁਰਜੀਤ ਕੁਮਾਰ ਜਿਆਣੀ ਜਿਹੜੇ ਕਿ ਪੰਜਾਬ ਦੇ ਸੀਨੀਅਰ ਬੀਜੇਪੀ ਨੇਤਾ ਤੇ ਹਰਜੀਤ ਸਿੰਘ ਗਰੇਵਾਲ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੀਟਿੰਗ ਕਰਕੇ ਆਏ ਆ, ਪਰ ਜਿਸ ਤਰੀਕੇ ਦੇ ਨਾਲ ਜਿਆਣੀ ਸਾਹਿਬ ਦੀਆਂ ਇੰਟਰਵਿਊਆਂ ਦੇ ਵਿੱਚੋਂ ਗੱਲਾਂ ਨਿਕਲ ਕੇ ਆਈਆਂ ਉਹਦੇ ਉੱਤੇ ਕਿੰਤੂ ਪਰੰਤੂ ਹੋਣ ਲੱਗ ਪਿਆ। ਜਿਆਣੀ ਸਾਹਿਬ ਨੇ ਇਸ ਤੋਂ ਪਹਿਲਾਂ ਕਈ ਵਾਰ ਇਹ ਗੱਲ ਕਹੀ ਸੀ ਕਿ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਫਿਕਰਮੰਦੀ ਵੀ ਹੋਣੀ ਚਾਹੀਦੀ ਹੈ, ਜਾਂ ਉਹਨਾਂ ਨੇ ਕਿਹਾ ਸੀ ਵੀ ਕੇਂਦਰ ਦੀ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਮੁੜ ਰਿਵਿਊ ਕਰਨਾ ਚਾਹੀਦਾ। ਉਦੋਂ ਇਉਂ ਲੱਗਦਾ ਸੀਗਾ ਕਿ ਜਿਆਣੀ ਸਾਹਿਬ ਨੇ ਜਿਹੜੇ ਉਹ ਕਿਸਾਨਾਂ ਦੇ ਪੱਖ ਦੀ ਗੱਲ ਕਰ ਰਹੇ ਆ, ਪਰ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਕਿਸਾਨ ਨੇਤਾ ਨੇ ਇਹ ਤਾਂ ਪਾਟੋ ਧਾੜ ਦੇ ਸ਼ਿਕਾਰ ਆ। ਉਹਨਾਂ ਨੇ ਕਿਹਾ ਕਿ ਕਿਸਾਨ ਇੱਕ ਦੂਜੇ ਦੇ ਉੱਤੇ ਯਕੀਨ ਨਹੀਂ ਕਰਦੇ, ਕਿਸਾਨ ਨੇਤਾ ਯਕੀਨ ਨਹੀਂ ਕਰਦੇ, ਇਹ ਤਾਂ ਸ਼ੱਕ ਕਰਦੇ ਇੱਕ ਦੂਜੇ ਦੇ ਉੱਤੇ। ਇੱਦਾਂ ਮਸਲੇ ਦਾ ਹੱਲ ਨਹੀਂ ਜੇ ਹੋਣਾ। ਉਹਨਾਂ ਨੇ ਕਿਹਾ ਵੀ ਜੇਕਰ ਕਿਸਾਨ ਆਗੂ ਇੱਥੇ ਸਿਰਫ ਤੇ ਸਿਰਫ ਹੱਕ ਲੈਣ ਆਏ ਹੋਣ ਤਾਂ ਹੱਕ ਦੇਣਾ ਕਿੰਨਾ ਕੁ ਔਖਾ। ਅਸਲ ਦੇ ਵਿੱਚ ਇਹ ਮਸਲਾ ਹੱਲ ਕਰਨਾ ਹੀ ਨਹੀਂ ਚਾਹੁੰਦੇ, ਕਿਉਂਕਿ ਇਹ ਰਾਜਨੀਤਿਕ ਹੱਥਾਂ ਦੇ ਵਿੱਚ ਖੇਡਦੇ ਆ। ਤੇ ਜਾਂ ਫਿਰ ਇਹਨਾਂ ਲੋਕਾਂ ਨੂੰ ਪਤਾ ਵੀ ਜਦੋਂ ਕੋਈ ਅੰਦੋਲਨ ਚੱਲਦਾ, ਜਦੋਂ ਕਿਸੇ ਸਰਕਾਰ ਨੂੰ ਘੇਰਾ ਪਾਇਆ ਜਾਵੇ, ਉਦੋਂ ਫਿਰ ਵਿੱਚੋਂ ਰਾਜਨੀਤਿਕ ਧਿਰ ਨਿਕਲਦੀ ਹੁੰਦੀ ਤੇ ਚੋਣਾਂ ਦੇ ਵਿੱਚ ਖੜਿਆ ਜਾ ਸਕਦਾ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਵਕਤ ਕਿਸਾਨ ਨੇਤਾਵਾਂ ਦਾ ਇੱਕ ਹਿੱਸਾ ਇਹ ਚਾਹੁੰਦਾ ਹੈ ਵੀ ਕੇਂਦਰ ਦੀ ਸਰਕਾਰ ਚੱਕ ਕੇ ਸਾਨੂੰ ਜੇਲ੍ਹਾਂ ਦੇ ਵਿੱਚ ਸੁੱਟਵਾ ਦੇਵੇ, ਅਸੀਂ ਬਣ ਜਾਈਏ ਹੀਰੋ, ਅਸੀਂ ਜਦੋਂ ਘਰਾਂ ਨੂੰ ਵਾਪਸ ਜਾਵਾਂਗੇ ਸਾਡੇ ਗਲਾਂ ਦੇ ਵਿੱਚ ਪੈਣ ਹਾਰ ਤੇ ਫਿਰ ਅਸੀਂ ਚੋਣਾਂ ਲੜਨ ਦੇ ਕਾਬਿਲ ਹੋ ਜਾਈਏ। ਹੁਣ ਜਿਆਣੀ ਸਾਹਿਬ ਨੇ ਜਦੋਂ ਆਹ ਗੱਲਾਂ ਕਹੀਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ, ਤਾਂ ਮਨ ਦੇ ਵਿੱਚ 100 ਕਿਸਮ ਦੇ ਸਵਾਲ ਆ ਰਹੇ ਆ। ਉਹਨਾਂ ਦੇ ਮਨ ਦੇ ਵਿਚਾਰ ਆ, ਉਹਨਾਂ ਦੇ ਵਿਚਾਰਾਂ ਦੇ ਉੱਤੇ ਅਸੀਂ ਕੋਈ ਐ ਨਹੀਂ ਟਿੱਪਣੀ ਕਰ ਸਕਦੇ ਵੀ ਇਹ ਕਿਉਂ ਉਹਨਾਂ ਨੇ ਪੇਸ਼ ਕੀਤੇ। ਹਰ ਬੰਦੇ ਨੂੰ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ, ਪਰ ਇੱਥੇ ਜਿਆਣੀ ਸਾਹਿਬ ਥੋੜ੍ਹੇ ਜਿਹੇ ਗਲਤ ਆ, ਕਿਉਂਕਿ ਜਿਆਣੀ ਸਾਹਿਬ ਨੂੰ ਇਸ ਗੱਲ ਦਾ ਪਤਾ ਤਾਂ ਹੈਗਾ ਕਿ ਜੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੇ ਕਿਸਾਨ। ਨਾਲੇ ਜੇਕਰ ਕਿਸਾਨ ਚੋਣਾਂ ਦੇ ਮਸਲੇ ਦੇ ਵਿੱਚ ਹੀ ਬੈਠੇ ਹੋਣ ਤਾਂ 10 ਦਿਨ ਦੇ ਲਈ, 5 ਦਿਨ ਦੇ ਲਈ, 20 ਦਿਨ ਦੇ ਲਈ ਕਿਸੇ ਨੂੰ ਤੁਸੀਂ ਗੁੰਮਰਾਹ ਕਰ ਸਕਦੇ ਹੋ। ਇੰਨਾ ਕੋਈ ਵੇਲਾ ਨਹੀਂ ਅੱਜ ਦੀ ਤਰੀਕ ਦੇ ਵਿੱਚ ਵੀ ਜੇਕਰ ਕੋਈ ਕਵੇ ਜੀ 2 ਮਹੀਨੇ ਆਪਾਂ ਭੁੱਖੇ ਭਾਣੇ ਬੈਠੇ ਰਹਿਣਾ, ਜਾਂ ਆਪਾਂ ਉੱਥੇ ਆਪ ਹੀ ਲੰਗਰ ਤਿਆਰ ਕਰਕੇ ਛਕਣਾ, ਜਾਂ ਅਸੀਂ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਬਹਿਣਾ, ਮੀਂਹ ਦੇ ਵਿੱਚ ਬੈਠੇ ਰਹਿਣਾ ਤੇ ਮਨਸ਼ਾ ਆਪਣਾ ਚੋਣਾਂ ਲੜਨ ਦਾ, ਇੱਦਾਂ ਦੀ ਕੋਈ ਗੱਲ ਨਹੀਂ ਆ। ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਦੀ ਸੋਚ ਹੋਰ ਹੋ ਸਕਦੀ ਹੈ, ਪਰ ਇਹ ਕਿਸਾਨ ਅੰਦੋਲਨ ਹਾਲੇ ਤੱਕ ਸੱਚਾ ਤੇ ਸੁੱਚਾ, ਇਸ ਗੱਲ ਦੇ ਕਰਕੇ ਜਿਹੜਾ ਪੰਜਾਬੀ ਮੀਡੀਆ ਦੁਨੀਆ ਭਰ ਦੇ ਵਿੱਚ ਵਸਦਾ ਉਹ ਇਸ ਅੰਦੋਲਨ ਦੇ ਨਾਲ ਖੜਾ। ਤੇ ਜਿਹੜਾ ਗੋਦੀ ਮੀਡੀਆ ਉਹਦੇ ਵੱਲੋਂ ਪ੍ਰਚਾਰ ਬੇਸ਼ੱਕ 3600 ਕਿਸਮ ਦਾ ਕੀਤਾ ਗਿਆ, ਉਹਦੀ ਕਿਸੇ ਨੇ ਟਕੇ ਸਿਰ ਬਾਤ ਨਹੀਂ ਪੁੱਛੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਲਈ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੀਤੇ 43-44 ਦਿਨ ਤੋਂ ਕਿਸਾਨ ਡਟੇ ਹੋਏ ਨੇ। 8 ਜਨਵਰੀ ਨੂੰ ਸਰਕਾਰ ਤੇ ਕਿਸਾਨਾਂ ਦਰਮਿਆਨ ਨਵੇਂ ਸਿਰੇ ਤੋਂ ਗੱਲਬਾਤ ਹੋਣੀ ਹੈ, ਪਰ ਇਸ ਤੋਂ ਪਹਿਲਾਂ ਬੀਜੇਪੀ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨਾਂ ਉੱਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਨੀਤ ਸਾਫ਼ ਨਹੀਂ ਹੈ, ਉਹ ਫੈਸਲਾ ਕਰਨ ਦੀ ਨੀਤ ਨਾਲ ਧਰਨੇ ਦੇ ਉੱਤੇ ਨਹੀਂ ਬੈਠੀਆਂ। ਉਹ ਧਰਨਾ ਖਤਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਚੋਣਾਂ ਲੜਨਾ ਚਾਹੁੰਦੇ ਨੇ। ਉਹਨਾਂ ਨੂੰ ਲੱਗਦਾ ਕਿ ਜਦੋਂ ਵੀ ਕੋਈ ਇੰਨੇ ਵੱਡੇ ਪੱਧਰ ਦੇ ਉੱਤੇ ਅੰਦੋਲਨ ਹੋਇਆ ਤਾਂ ਉਹਦੇ ਵਿੱਚੋਂ ਇੱਕ ਪਾਰਟੀ ਜਨਮ ਲੈਂਦੀ ਹੈ। ਉਹ ਚਾਹੁੰਦੇ ਨੇ ਕਿ ਬੀਜੇਪੀ ਸਰਕਾਰ ਉਹਨਾਂ ਨੂੰ ਫੜ ਕੇ ਅੰਦਰ ਕਰੇ ਤੇ ਬਦਨਾਮ ਹੋ ਜਾਵੇ। ਇਸ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਤਾਂ ਲੋਕ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕਰਨ ਤੇ ਚੋਣਾਂ ਲੜਨ। ਕਿਸਾਨ ਦੀ ਨੀਤੀ ਨਾਲ ਕਿਸਾਨ ਜਥੇਬੰਦੀਆਂ ਨਹੀਂ ਆਈਆਂ, ਕਿਉਂਕਿ ਜੇਕਰ ਇਹ ਕਿਸਾਨ ਦੀ ਨੀਤੀ ਨਾਲ ਆਉਂਦੇ ਤਾਂ 2 ਮਿੰਟ ਦੇ ਵਿੱਚ ਫੈਸਲਾ ਹੋ ਜਾਣਾ ਸੀ, ਕਿਉਂਕਿ ਸਰਕਾਰ ਕਿਸਾਨਾਂ ਦੀ ਹੈ ਤੇ ਉਹਨਾਂ ਦੀ ਚਿੰਤਾ ਕਰਦੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਬੀਜੇਪੀ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਲੰਘੇ ਕੱਲ੍ਹ ਅਮਿਤ ਸ਼ਾਹ ਦੇ ਨਾਲ ਵੀ ਮੀਟਿੰਗ ਕੀਤੀ ਹੈ। ਮੀਟਿੰਗ ਦੇ ਬਾਬਤ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਦੀ ਚਿੰਤਾ ਹੈ ਕਿ ਉਹਨਾਂ ਦਾ ਫੈਸਲਾ ਹੋਵੇ ਤਾਂ ਜੋ ਉਹ ਆਪਣੇ ਘਰਾਂ ਨੂੰ ਜਾਣ, ਪਰ ਕਿਸਾਨ ਜਥੇਬੰਦੀਆਂ ਦੀਆਂ ਨੀਤਾਂ ਫੈਸਲਾ ਕਰਨ ਵਾਲੀਆਂ ਨਹੀਂ। ਜੇਕਰ ਕਿਸਾਨ ਦੀ ਗੱਲ ਕਰਦੇ ਤਾਂ ਇਹ ਮਸਲਾ ਇੰਨਾ ਨਹੀਂ ਸੀ ਲੰਮਾ ਹੋਣਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰਜੀਤ ਸਿੰਘ ਗਰੇਵਾਲ ਜਿਹੜੇ ਕਿ ਬੀਜੇਪੀ ਦੇ ਨੇਤਾ, ਉਹਨਾਂ ਨੇ ਵੀ ਕਈ ਵਾਰ ਬਿਆਨ ਇਹੋ ਜਿਹੇ ਦਿੱਤੇ ਜਿਹਦੇ ਕਰਕੇ ਲੋਕ ਤੱਤੇ ਭਾਰੇ ਹੋਏ, ਤੇ ਸੁਰਜੀਤ ਕੁਮਾਰ ਜਿਆਣੀ ਹੋਰਾਂ ਦੇ ਵੀ ਇਸ ਬਿਆਨ ਦੇ ਉੱਤੇ ਕਈ ਲੋਕ ਹੈਰਾਨ ਹੋ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਕਿਸਾਨ ਅੰਦੋਲਨ ਨਹੀਂ, ਇਹ ਤਾਂ ਕਿਸਾਨ ਜਥੇਬੰਦੀਆਂ ਨੇ ਹਾਈਜੈਕ ਕੀਤਾ ਹੋਇਆ ਅੰਦੋਲਨ ਹੈ। ਪਰ ਬੇਨਤੀ ਇਹ ਹੈ ਜੀ ਕਿ ਹੁਣ ਤੱਕ 6-7 ਵਾਰ ਮੀਟਿੰਗਾਂ ਹੋਈਆਂ, ਕਿਸਾਨ ਹੀ ਜਾਂਦੇ ਆ, ਕਿਸਾਨ ਆਗੂ ਹੀ ਮੀਟਿੰਗਾਂ ਵਾਸਤੇ ਜਾਂਦੇ ਆ। ਬਹੁਤੇ ਕਿਸਾਨ ਤਾਂ ਇਹ ਗੱਲ ਚਾਹੁੰਦੇ ਆ ਕਿ ਕੇਂਦਰ ਦੇ ਨਾਲ ਮੀਟਿੰਗ ਵੀ ਕਿਹੜੀ ਗੱਲੋਂ ਕਰਨੀ ਹੈ। ਸੋ ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਜਿਹੜੇ ਸਧਾਰਨ ਕਿਸਾਨ ਆ ਉਹਨਾਂ ਦੀਆਂ ਨੀਤਾਂ ਦੇ ਮੁਤਾਬਕ, ਉਹਨਾਂ ਦੀਆਂ ਸੋਚਾਂ ਦੇ ਮੁਤਾਬਕ ਕਿਸਾਨ ਆਗੂ ਨਹੀਂ ਚੱਲਦੇ। ਕਿਸਾਨ ਆਗੂਆਂ ਨੇ ਕਦੇ ਵੀ ਰਾਜਨੀਤਿਕ ਗੱਲ ਨਹੀਂ ਕੀਤੀ ਗਈ ਹਾਲੇ ਤੱਕ। ਕੋਈ ਦਿਲ ਦੇ ਵਿੱਚ ਮਨਸ਼ਾ ਹੋਵੇ ਤਾਂ ਆਪਾਂ ਕਿਸੇ ਬਾਰੇ ਕੀ ਕਹਿ ਸਕਦੇ ਹਾਂ। ਬੀਜੇਪੀ ਨੇ 2014 ਦੇ ਵਿੱਚ ਜਦੋਂ ਚੋਣਾਂ ਲੜੀਆਂ, ਉਹਨਾਂ ਦੇ ਮਨ ਦੇ ਵਿੱਚ ਕੀ ਸੀ ਕਿਸੇ ਨੂੰ ਪਤਾ ਥੋੜ੍ਹੀ ਸੀਗਾ। ਉਸ ਤੋਂ ਬਾਅਦ 2019 ਦੇ ਵਿੱਚ ਚੋਣਾਂ ਲੜੀਆਂ ਤੇ ਲੋਕਾਂ ਨੇ ਨਿੱਠ ਕੇ ਵੋਟਾਂ ਪਾਈਆਂ ਤੇ ਮਨ ਦੇ ਵਿੱਚ ਕੀ ਸੀ ਆਗੂਆਂ ਦੇ ਕਿਸੇ ਨੂੰ ਪਤਾ ਥੋੜ੍ਹੀ ਸੀਗਾ। ਇਸ ਕਰਕੇ ਅੰਦੋਲਨ ਦੇ ਵਿੱਚ ਬੈਠੇ ਹੋਏ ਸਧਾਰਨ ਕਿਸਾਨਾਂ ਨੂੰ ਵੀ ਨਹੀਂ ਪਤਾ ਕਿ ਇਸ ਵਕਤ ਬੀਜੇਪੀ ਦੇ ਆਗੂਆਂ ਦੇ ਮਨ 'ਚ ਕੀ ਹੈ, ਕਾਂਗਰਸੀਆਂ ਦੇ ਮਨ ਦੇ ਵਿੱਚ ਕੀ ਹੈ, ਜਥੇਬੰਦੀ ਦੇ ਲੀਡਰਾਂ ਦੇ ਮਨ ਦੇ ਵਿੱਚ ਕੀ ਆ। ਪਰ ਉਹ ਯਕੀਨ ਕਰਕੇ ਬੈਠੇ ਆ
ਤੇ ਯਕੀਨ ਦਾ ਬਹੁਤ ਵੱਡਾ ਮੁੱਲ ਆ। ਪੰਜਾਬ ਦੇ ਵਿੱਚ ਤਾਂ ਬਹੁਤ ਵੱਡਾ ਮੁੱਲ ਯਕੀਨ ਦਾ ਹੀ ਕੀਤਾ ਜਾਂਦਾ ਹੈ। ਸੋ ਆਪਾਂ ਵੀ ਜੇਕਰ ਜੈੜੀ ਸਾਹਿਬ ਪੰਜਾਬ ਦੇ ਵਿੱਚੋਂ ਆ ਤੇ ਫਿਰ ਇਸ ਕਰਕੇ ਇਹੋ ਜਿਹੀ ਟਿੱਪਣੀ ਕਰਨ ਤੋਂ ਮੇਰਾ ਖਿਆਲ ਤਾਂ ਗੁਰੇਜ਼ ਕਰਨਾ ਚਾਹੀਦਾ। ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਅੰਦੋਲਨ ਭਖਿਆ ਹੋਇਆ ਉਹਦੇ ਉੱਤੇ ਕਈ ਤਰ੍ਹਾਂ ਦੇ ਲੋਕ ਕਿੰਤੂ ਪਰੰਤੂ ਕਰਨ ਆਉਂਦੇ ਆ, ਪਰ ਜਿਹੜੇ ਲੋਕ ਕਿੰਤੂ ਪਰੰਤੂ ਕਰਦੇ ਆ, ਕਦੇ ਉਹਦੇ 'ਚ ਕੁਣਤਰ ਕੱਢਤੀ, ਕਦੇ ਉਹਦੇ 'ਚ ਨੁਕਸ ਕੱਢਤਾ, ਕਦੇ ਉਹਦੇ 'ਚ ਕੱਢਤਾ, ਉਹਨਾਂ ਦਾ ਕੋਈ ਦੁੱਕੀ ਦਾ ਯੋਗਦਾਨ ਨਹੀਂ ਆ। ਉਹ ਘਰ ਦੇ ਵਿੱਚ ਬੈਠ ਕੇ ਸਿਰਫ ਰਾਇਆਂ ਦਿੰਦੇ ਆ ਕਿ ਇਉਂ ਨਹੀਂ, ਇਹਨੂੰ ਇਉਂ ਕਰ ਲੈਣਾ ਚਾਹੀਦਾ ਸੀ, ਹੁਣ ਉਹਨੂੰ ਇਉਂ ਨਹੀਂ, ਇਹਨੂੰ ਐ ਕਰ ਲੈਣਾ ਚਾਹੀਦਾ ਸੀ। ਸੋ ਰਾਏ ਦੇਣੀ ਸਭ ਤੋਂ ਸੌਖਾ ਕੰਮ ਆ, ਪਰ ਜਦੋਂ ਆਪਾਂ ਨਿੱਠ ਕੇ ਵਿੱਚ ਲੜਦੇ ਆ, ਜਦੋਂ 40-45 ਦਿਨ ਬੈਠਿਆਂ ਨੂੰ ਹੋ ਜਾਣ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ, ਜਦੋਂ ਸਾਡੀਆਂ ਰਜਾਈਆਂ ਭਿੱਜ ਜਾਣ, ਜਦੋਂ ਘਰ ਦੇ ਕੰਮ ਛੁੱਟ ਰਹੇ ਹੋਣ, ਕਣਕ ਨੂੰ ਪਾਣੀ ਲਾਉਣ ਵਾਲਾ ਹੋਵੇ, ਨਿਆਣਿਆਂ ਤੋਂ ਦੂਰ ਬੈਠੇ ਹੋਏ ਤੇ ਗਦੈਲੇ ਵੀ ਭਿੱਜ ਜਾਣ ਤੇ ਕੰਬਲ ਵੀ ਭਿੱਜੇ ਹੋਣ, ਦਵਾਈ ਬੂਟੀ ਦੀ ਵੀ ਘਾਟ ਕਈ ਵਾਰੀ ਪੈਦਾ ਹੁੰਦੀ ਹੋਵੇ, ਲੰਗਰ ਦਾ ਸਾਰਾ ਸਮਾਨ ਭਿੱਜ ਜਾਵੇ, ਉਸ ਵਕਤ ਪਤਾ ਲੱਗਦਾ ਵੀ ਭਾਈ ਉੱਥੇ ਕੀ ਫੈਸਲੇ ਲੈਣੇ ਪੈਂਦੇ ਆ, ਕਿੰਨਾ ਜੇਰਾ ਚਾਹੀਦਾ। ਸੋ ਕੱਲੀਆਂ ਰਾਇਆਂ ਦੇਣੀਆਂ ਨਹੀਂ ਚਾਹੀਦੀਆਂ, ਕੰਮ ਕਰਕੇ ਦਿਖਾਉਣਾ ਚਾਹੀਦਾ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ 2022 ਦੇ ਉੱਤੇ ਨਿਗਾਹ ਟਿਕਾਈ ਬੈਠੀਆਂ ਬਈ ਕਦੋਂ ਸਾਨੂੰ ਮੌਕਾ ਮਿਲੂਗਾ ਤੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਇਹਦੀ ਕਿਹੜੇ ਪਾਸੇ ਨੂੰ ਫਾਇਦੇ ਦੀ ਗੱਲ ਹੋ ਸਕਦੀ ਹੈ, ਕਿੱਧਰ ਨੁਕਸਾਨ ਹੋ ਸਕਦਾ। ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਵੱਖ-ਵੱਖ ਹੋਰ ਪਾਰਟੀਆਂ ਦੇ ਨਾਲ ਗੱਠਜੋੜ ਕਰਕੇ ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨੀ ਦੇ ਹੱਕ ਦੇ ਵਿੱਚ ਵੀ ਲਹਿਰ ਬਣਾਉਣੀ ਆ ਤੇ ਅਸੀਂ ਇਸ ਵਕਤ ਜੋ ਕੇਂਦਰ ਦੀ ਸਰਕਾਰ ਦੇ ਵੱਲੋਂ ਜ਼ਿਆਰਤਾਂ ਕੀਤੀਆਂ ਜਾ ਰਹੀਆਂ ਇਹਨੂੰ ਠੱਲ ਪਾਉਣ ਦੇ ਲਈ, ਇਹਨੂੰ ਰੋਕਣ ਦੇ ਲਈ ਇੱਕ ਮਜ਼ਬੂਤ ਧਿਰ ਵੀ ਬਣਾਉਣੀ ਹੈਗੀ ਆ। ਜੇਕਰ ਧਿਰ ਬਣ ਜਾਵੇ ਤੇ ਇਹ ਇੱਕ ਚੰਗੀ ਗੱਲ ਵੀ ਆ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ, ਉਹ ਕਹਿੰਦੇ ਬੀਜੇਪੀ ਦੇ ਨੇਤਾਵਾਂ ਦੀ ਜ਼ਮੀਰ ਮਰ ਚੁੱਕੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਸੀ, ਪਰ ਜੇਕਰ ਨਹੀਂ ਕੀਤੇ ਤਾਂ ਇੱਥੋਂ ਪਤਾ ਲੱਗਦਾ ਕਿ ਕੇਂਦਰ ਦੀ ਸਰਕਾਰ ਸੰਵੇਦਨਸ਼ੀਲਤਾ ਭੋਰਾ ਵੀ ਨਹੀਂ। ਕਿਸਾਨ ਲਗਾਤਾਰ ਸ਼ਹੀਦ ਹੋ ਰਹੇ ਆ, ਲਗਾਤਾਰ ਪਰੇਸ਼ਾਨੀਆਂ ਵੱਧ ਰਹੀਆਂ। ਹਰ ਰੋਜ਼ ਖਬਰਾਂ ਆਉਂਦੀਆਂ ਕਿ ਦਿਲ ਦੇ ਦੌਰੇ ਨਾਲ 1, 2 ਜਾਂ 3 ਕਿਸਾਨਾਂ ਦੀ ਮੌਤ ਹੋਈ ਹੈ ਤੇ ਹਾਲੇ ਵੀ ਕੇਂਦਰ ਦੀ ਸਰਕਾਰ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ। ਅਕਾਲੀ ਦਲ ਬਾਦਲ ਦੇ ਵੱਲੋਂ ਕਿਹੜੇ-ਕਿਹੜੇ ਆਉਂਦੇ ਸਮੇਂ ਦੇ ਵਿੱਚ ਫੈਸਲੇ ਕੀਤੇ ਜਾ ਸਕਦੇ ਆ, ਕੀ ਉਹਨਾਂ ਦੀ ਆਉਂਦੀ ਰਣਨੀਤੀ ਆ, ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ, ਜਿਹਦੇ ਵਿੱਚ ਹਾਲੇ ਕੁਝ ਕੁ ਸਮਾਂ ਬਾਕੀ ਹੈ। ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡੇ ਫੈਸਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਨੇ ਖੇਤਰੀ ਪਾਰਟੀਆਂ ਜਿਵੇਂ TMC, ਸ਼ਿਵ ਸੈਨਾ, ਇਨੈਲੋ ਤੇ DMK ਨੂੰ ਅਪਰੋਚ ਕੀਤੀ ਹੈ। ਉਹਨਾਂ ਕਿਹਾ ਕਿ 15 ਜਨਵਰੀ ਤੋਂ ਬਾਅਦ ਇਹਨਾਂ ਪਾਰਟੀਆਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਮੀਟਿੰਗ ਹੋਵੇਗੀ ਤੇ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇਗੀ। ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣ ਦੇ ਲਈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਜਿਹੜੇ ਕਾਨੂੰਨ ਨਹੀਂ ਬਣਾਉਣੇ ਚਾਹੀਦੇ ਇਹਨੇ ਉਹ ਬਣਾ ਦਿੱਤੇ ਨੇ। ਚੰਦੂਮਾਜਰਾ ਨੇ ਗਵਰਨਰਾਂ ਦੀ ਕਾਰਵਾਈ ਦੇ ਉੱਤੇ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਕੇਰਲਾ ਦੇ ਗਵਰਨਰ ਨੇ ਵਿਧਾਨ ਸਭਾ ਦਾ ਸੈਸ਼ਨ ਸੱਦਣ ਤੋਂ ਨਾ ਕਰ ਦਿੱਤੀ ਤੇ ਪੰਜਾਬ ਦੇ ਗਵਰਨਰ ਨੇ ਅਫਸਰਾਂ ਨੂੰ ਤਲਬ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਕਾਲੀ ਦਲ ਦੇ ਵੱਲੋਂ ਜੇਕਰ ਆਪਣੀਆਂ ਸਰਗਰਮੀਆਂ ਵਧਾਈਆਂ ਜਾਂਦੀਆਂ ਤਾਂ ਕੋਈ ਇਤਰਾਜ਼ ਨਹੀਂ। ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਸਰਗਰਮ ਹੋਣਾ ਚਾਹੀਦਾ, ਪਰ ਲੋਕ ਪੱਖੀ ਸੋਚ ਦੇ ਨਾਲ। ਜੇਕਰ ਅਸੀਂ ਲੋਕ ਪੱਖੀ ਆ ਤਾਂ ਲੋਕ ਵੀ ਸਾਡੇ ਨਾਲ ਆ। ਹੁਣ ਲੋਕ ਜਾਗ ਰਹੇ ਆ। ਹੁਣ ਮੇਰਾ ਖਿਆਲ ਆ ਕਿ ਆਉਂਦੇ ਸਮੇਂ ਦੇ ਵਿੱਚ ਧਾਰਨਾ ਬਦਲੂਗੀ। ਮੇਰਾ ਅੰਦਾਜ਼ਾ ਜੇਕਰ ਮੌਕੇ ਦੇ ਉੱਤੇ ਲੋਕਾਂ ਦੀ ਸੋਚ ਫੇਰ ਪਲਟੀ ਮਾਰ ਜੇ, ਕੁਝ ਕਹਿ ਨਹੀਂ ਸਕਦੇ, ਪਰ ਮੇਰੀ ਬੇਨਤੀ ਹੈ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਉਂਦੇ ਹੋਵੋ, ਭਾਵੇਂ ਕਾਂਗਰਸੀ ਹੋਵੋ, ਭਾਵੇਂ ਆਪ ਵਾਲੇ ਹੋਵੋ, ਭਾਵੇਂ ਭਾਜਪਾਈ ਹੋਵੋ, ਭਾਵੇਂ ਤੁਸੀਂ ਬਸਪਾ ਵਾਲੇ ਹੋਵੋ, ਭਾਵੇਂ ਤੁਸੀਂ ਕਾਮਰੇਡਾਂ ਨਾਲ ਜੁੜੇ ਤੇ ਭਾਵੇਂ ਅਕਾਲੀ ਦਲ ਦੇ ਵਰਕਰ ਹੋ, ਇਹ ਜ਼ਰੂਰ ਸੋਚਿਓ ਵੀ ਜਿਹੜੀ ਵੀ ਪਾਰਟੀ ਨੂੰ ਅੱਜ ਤੱਕ ਵੋਟ ਪਾਈ ਹੈ ਉਹਨੇ ਤੁਹਾਡੇ ਕਿੰਨੇ ਕੁ ਮਸਲੇ ਹੱਲ ਕੀਤੇ ਆ। ਕਿਤੇ ਤੁਸੀਂ ਗਲੀਆਂ ਨਾਲੀਆਂ ਦੇ ਵਿੱਚ ਤਾਂ ਨਹੀਂ ਉਲਝ ਕੇ ਰਹਿ ਗਏ, ਕਿਤੇ ਤੁਸੀਂ ਸੀਵਰੇਜ ਦੇ ਮਸਲੇ ਦੇ ਵਿੱਚ ਤਾਂ ਨਹੀਂ ਉਲਝ ਕੇ ਰਹਿ ਗਏ, ਕਿਤੇ ਇਸੇ ਮਸਲੇ ਦੇ ਵਿੱਚ ਤਾਂ ਨਹੀਂ ਉਲਝ ਕੇ ਰਹਿ ਗਏ ਵੀ ਸਾਡਾ ਛੱਪੜ ਪੂਰ ਦਿਓ ਜਾਂ ਸਾਡੇ ਛੱਪੜ ਦੀ ਸਫਾਈ ਕਰਵਾ ਦਿਓ। ਸੋ ਥੋੜ੍ਹੀ ਜਿਹੀ ਸੋਚ ਨੂੰ ਉੱਚੀ ਕਰਕੇ ਚੱਲਿਓ। ਤੁਸੀਂ ਜਿਨ੍ਹਾਂ ਨੂੰ ਅੱਜ ਤੱਕ ਚੁਣਿਆ ਉਹ ਮਹਿਲ ਮੁਨਾਰਿਆਂ ਦੇ ਮਾਲਕ ਬਣ ਗਏ ਆ, ਤੁਸੀਂ ਉਹਨਾਂ ਕੱਚੇ ਢਾਰਿਆਂ ਦੇ ਵਿੱਚ ਬੈਠੇ ਹੋ। ਇਸ ਕਰਕੇ ਸੋਚ ਦੇ ਸਿਰ ਦੇ ਬੂਹੇ ਖੋਲ੍ਹ ਕੇ ਰੱਖਿਓ। ਅਸੀਂ ਕਿਸੇ ਰਾਜਨੀਤਿਕ ਧਿਰ ਦੇ ਨਾਲ ਨਹੀਂ, ਕਿਸੇ ਤੋਂ ਦੂਰ ਨਹੀਂ, ਪਰ ਇਹ ਜ਼ਰੂਰ ਆ ਕਿ ਵੋਟ ਦਾ ਮੁੱਲ ਪਛਾਣਨਾ ਸਿੱਖੋ। ਇਹ ਨਾ ਹੋਵੇ ਕਿ 4.5 ਸਾਲ ਅਸੀਂ ਪਿੱਟ ਸਿਆਪਾ ਕਰਦੇ ਹਾਂ ਤੇ ਬਾਅਦ ਵਾਲੇ ਜਿਹੜੇ ਆਖਰੀ 5-7 ਮਹੀਨੇ ਆ ਉਹਦੇ ਵਿੱਚ ਕਿਸੇ ਨਾ ਕਿਸੇ ਦੀ ਫਿਰ ਬੁੱਕਲ ਦੇ ਵਿੱਚ ਜਾ ਕੇ ਬਹਿ ਜਾਂਦੇ ਆ। ਆਪਣੀ ਸੋਚ ਬਦਲ ਗਏ, ਸੰਸਾਰ ਬਦਲੂਗਾ। ਸੋ ਇਸ ਕਰਕੇ ਜਿਹੜੀਆਂ ਰਾਜਨੀਤਿਕ ਧਿਰਾਂ ਇਸ ਵਕਤ ਲੋਕ ਪੱਖੀ ਗੱਲਾਂ ਕਰਦੀਆਂ, ਬਹੁਤ ਉਹਨਾਂ ਦਾ ਧੰਨਵਾਦ। ਉਹ ਬਿਲਕੁਲ ਇਵੇਂ ਬਰਕਰਾਰ ਰੱਖਣ ਆਪਣੀ ਸੋਚ ਨੂੰ ਜਿਵੇਂ ਕਿ ਵੋਟਾਂ ਤੋਂ ਪਹਿਲਾਂ ਹੁੰਦੀਆਂ। ਪਰ ਇਸ ਵਕਤ ਪੰਜਾਬ ਦੇ ਰਾਜਨੀਤਿਕ ਹਾਲਾਤ ਆ ਜਿਹੜੇ ਉਹ ਕੋਈ ਬਹੁਤੇ ਸੁਖਾਵੇਂ ਨਜ਼ਰ ਨਹੀਂ ਆਉਂਦੇ। ਸਾਰੀਆਂ ਸਿਆਸੀ ਪਾਰਟੀਆਂ ਆਸ ਲਾਈ ਬੈਠੀਆਂ ਕਿ 2022 ਦੀ ਜਿਹੜੀ
ਚੋਣ ਆ ਉਹ ਸਾਡੀ ਝੋਲੀ 'ਚ ਪੈ ਜਾਣੀ ਆ। ਕੋਈ ਇਹ ਸੋਚਦਾ ਜੀ ਕਿ ਇਹਦੀ ਬਹੁਤ ਬਦਨਾਮੀ ਹੋ ਗਈ ਹੈ, ਸਾਨੂੰ ਫਾਇਦਾ ਹੋ ਜਾਣਾ। ਦੂਜੀ ਧਿਰ ਕਹਿੰਦੀ ਜੀ ਕਿ ਉਹਨੇ ਕਿਹੜਾ ਕੁਝ ਕੀਤਾ, ਸਾਨੂੰ ਫਾਇਦਾ ਮਿਲ ਜਾਣਾ। ਤੀਜੀ ਕਹਿੰਦੀ ਇਹਨਾਂ ਦੋਵਾਂ ਨੇ ਕੁਝ ਨਹੀਂ ਕੀਤਾ, ਸਾਨੂੰ ਫਾਇਦਾ ਮਿਲਣਾ ਕੁਦਰਤੀ ਹੈ। ਸੋ ਗਿਣਤੀਆਂ ਮਿਣਤੀਆਂ ਬੇਸ਼ੱਕ ਕਰੀ ਚੱਲੋ, ਪਰ ਨਾਲ ਨਾਲ ਕੰਮ ਵੀ ਕਰੋ। ਸੱਚੀ ਮੁੱਚੀ ਲੋਕਾਂ ਦੇ ਨੇਤਾ, ਲੋਕਾਂ ਦੇ ਨਾਇਕ ਬਣ ਕੇ ਦਿਖਾਓ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।